ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਏਡਾ ਵੱਡਾ ਮਹਾਨ ਕਾਰਜ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਆਰੰਭ ਤੋਂ ਲੈ ਕੇ ਅਖੀਰ ਤੱਕ ਆਪਣੇ ਜੀਵਨ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕੋ ਸਰੂਪ ਦੇ ਵਿੱਚ ਸੁਭਾਏਮਾਨ ਕੀਤੀ। ਉਸ ਤੋਂ ਬਾਅਦ ਉਹੀ ਵਿਚਾਰ ਜਿਹੜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ, ਦੂਜੀ ਵਾਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਮੁੱਚੀ ਬਾਣੀ ਨੂੰ ਪਾਵਨ ਗ੍ਰੰਥ ਦੇ ਵਿੱਚ ਦਰਜ ਕੀਤਾ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ ਦਰਜ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮਰਿਆਦਾ ਅਨੁਸਾਰ ਅਖੀਰ ਦੇ ਉੱਪਰ ਮੁੰਦਾਵਣੀ ਵਾਲਾ ਸ਼ਬਦ ਲਿਖਣ ਤੋਂ ਬਾਅਦ ਉਹੀ ਅਰਦਾਸ ਮਾਲਕ ਦੇ ਚਰਨਾਂ ਵਿੱਚ ਕੀਤੀ ਕਿ ਹੇ ਮੇਰੇ ਮਾਲਕ ਪਰਮੇਸ਼ਰ ਜੀ, ਆਹ ਜਿਹੜਾ ਏਡਾ ਵੱਡਾ ਕਾਰਜ ਹੋਇਆ ਨਾ, ਇਹ ਤੇਰਾ ਕੀਤਾ ਹੈ, ਇਹ ਤੂੰ ਹੀ ਰਹਿਮਤ ਕੀਤੀ ਹੈ, ਇਹ ਤੂੰ ਹੀ ਬਖਸ਼ਿਸ਼ ਕੀਤੀ ਹੈ, ਪਰ ਜਾਤੋ ਨਾਹੀ, ਪਰ ਮੈਂ ਤੇਰੇ ਇਸ ਕੀਤੇ ਗਏ ਉਪਕਾਰ ਦੀ ਕਦਰ ਨਹੀਂ ਕਰਦਾ ਪਿਆ। ਹਾਂ, ਤੂੰ ਰਹਿਮਤ ਕੀਤੀ ਹੈ, ਮੈਨੂੰ ਜੋਗ ਕੀਤੋਈ, ਤੂੰ ਆਪਣੀ ਕਿਰਪਾ ਦੇ ਨਾਲ ਮੈਨੂੰ ਇਸ ਕੰਮ ਕਰਨ ਦੇ ਯੋਗ ਕੀਤਾ ਹੀ, ਤਾਂ ਕਰ ਸਕਿਆ। ਹੁਣ ਧਿਆਨ ਮਾਰਨਾ, ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਜਿਹੜਾ ਵੀ ਮਹਾਨ ਕਾਰਜ ਕੀਤਾ ਹੈ, ਜਿਹੜਾ ਵੀ ਉੱਤਮ ਕਾਰਜ ਹੋਇਆ ਹੈ, ਉਸ ਉੱਤਮ ਕਾਰਜ ਦਾ ਅਹੰਕਾਰ ਕਰਨ ਦੀ ਬਜਾਏ ਆਪਣੇ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਹੀ ਕੀਤੀ ਹੈ, ਮੇਰੇ ਮਾਲਕ ਜੀ, ਇਹ ਮੇਰੀ ਤਾਕਤ ਨਹੀਂ, ਮੈਂ ਕਰ ਸਕਦਾ, ਇਹ ਮੇਰੀ ਤਾਕਤ ਨਹੀਂ, ਮੈਂ ਕਰ ਸਕਦਾ, ਇਹ ਤੇ ਤੇਰੀ ਰਹਿਮਤ ਹੈ। ਬਲਕਿ ਇਹੀ ਗੱਲ ਉਹ ਪਿਆਰੇ ਕਹਿੰਦੇ ਨੇ ਜਿਹੜੇ ਮਾਲਕ ਤੇ ਧਿਆਨ ਟਿਕਾਉਣ, ਜਿਹੜੇ ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਹੋਣ, ਉਹ ਪਿਆਰੇ ਇਹੀ ਤੇ ਗੱਲ ਕਹਿੰਦੇ ਨੇ ਕਿ ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ, ਖਿਲਾਵਨ ਹਾਰੋ ਜਾਣੈ। ਮੇਰੇ ਮਾਲਕ ਪਰਮੇਸ਼ਰ ਜੀ, ਇੱਕ ਕਠਪੁਤਲੀ ਦੀ ਕੀ ਤਾਕਤ ਹੈ ਕਿ ਆਪਣੀ ਸਮਰੱਥਾ ਦੇ ਨਾਲ, ਆਪਣੀ ਤਾਕਤ ਦੇ ਨਾਲ ਕੁਝ ਕਰ ਸਕੇ। ਇਹ ਤੇ ਜਿਵੇਂ ਖਿਡਾਉਣ ਵਾਲਾ ਖਿਡਾਵਾ ਉਹਨੂੰ ਖਿਡਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਕਠਪੁਤਲੀ ਕੰਮ ਕਰਦੀ ਹੈ, ਹਿੱਲਦੀ ਜੁਲਦੀ ਹੈ। ਕਠਪੁਤਲੀ ਦੀ ਤਾਕਤ ਥੋੜੀ ਹੈ ਕੋਈ। ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਹੋਏ ਪਿਆਰੇ ਆਪਣੀ ਜ਼ਿੰਦਗੀ ਦੇ ਅੰਦਰ ਕੋਈ ਵੀ ਉੱਤਮ ਕਾਰਜ ਕਰਦੇ ਨੇ, ਵੱਡੇ ਤੋਂ ਵੱਡਾ ਕਾਰਜ ਕਰਦੇ ਨੇ, ਅਹੰਕਾਰ ਨਹੀਂ ਕਰਦੇ, ਬਲਕਿ ਅਰਦਾਸ ਕਰਦੇ ਨੇ, ਮੇਰੇ ਮਾਲਕ ਜੀ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਕੈ। ਸਾਡੀ ਤਾਕਤ ਨਹੀਂ ਦਾਤਿਆ ਅਸੀਂ ਕਰ ਸਕੀਏ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤੇ ਮੈਂ ਬਖਸ਼। ਜਿਵੇਂ ਤੈਨੂੰ ਭਾਉਂਦਾ ਹੈ ਨਾ ਸੱਚੇ ਪਾਤਸ਼ਾਹ,
ਤੂੰ ਆਪਣੀ ਬਖਸ਼ਿਸ਼ ਕਰ ਦੇ, ਆਪਣੀ ਰਹਿਮਤ ਕਰ ਦੇ। ਸਾਡਾ ਜ਼ੋਰ ਥੋੜੀ ਹੈ, ਇਹ ਤੇ ਤੇਰਾ ਕੀਤਾ ਹੈ। ਉਹ ਆਪਣੇ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਨਾ ਪਿਆਰਿਓ, ਉਹਦਾ ਸ਼ੁਕਰਾਨਾ ਕਰਦੇ ਨੇ, ਉਹਦੀ ਤਾਕਤ ਦੀ ਗੱਲ ਕਰਦੇ ਨੇ, ਆਪਣੀ ਤਾਕਤ ਦੀ ਗੱਲ ਨਹੀਂ ਕਰਦੇ। ਉਹ ਰੱਬ ਦੀ ਸਮਰੱਥਾ ਦੀ ਗੱਲ ਕਰਦੇ ਨੇ, ਰੱਬ ਦੀ ਤਾਕਤ ਦੀ ਗੱਲ ਕਰਦੇ ਨੇ, ਆਪਣੇ ਬਲ ਦੀ ਤੇ ਉਹਨਾਂ ਦੇ ਕੋਲ ਗੱਲ ਹੀ ਨਹੀਂ। ਇਸੇ ਕਰਕੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ, ਪੁੱਤ ਜਿੱਦਣ ਤੂੰ ਆਪਣੇ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਿਆ ਨਾ, ਉਦਣ ਤੇ ਅੰਦਰੋਂ ਇਹੀ ਸ਼ਬਦ ਨਿਕਲੇਗਾ ਕਿ ਆਖਣ ਜ਼ੋਰ ਚੁੱਪੈ ਨਾ ਹਜ਼ੂਰ। ਮੇਰੇ ਵਰਗਾ ਬੰਦਾ ਕਹਿੰਦਾ ਕਿ ਮੈਂ ਬੜਾ ਸਿਮਰਨ ਕਰਦਾ, ਆ ਸ਼ਬਦ ਹਉਮੈ ਦਾ ਪ੍ਰਤੀਕ ਹੈ। ਮੈਂ ਕਰਦਾ, ਇਹ ਸ਼ਬਦ ਹਉਮੈ ਦਾ ਪ੍ਰਤੀਕ ਹੈ ਵੀ ਮੈਂ ਇੰਨਾ ਪਾਠ ਕਰਦਾ, ਮੈਂ ਇੰਨਾ ਸਿਮਰਨ ਕਰਦਾ, ਮੈਂ ਇੰਨੀ ਸੇਵਾ ਕਰਦਾ। ਜਿੱਦਣ ਧਿਆਨ ਕਰਤੇ ਦੇ ਵੱਲ ਜੁੜੇਗਾ ਨਾ, ਉਦਣ ਕਹਾਂਗੇ ਮੇਰੇ ਮਾਲਕ ਜੀ ਮੈਂ ਨਹੀਂ ਕਰਦਾ, ਤੂੰ ਕਰਵਾ ਲੈਣਾ, ਇਹ ਤੇ ਤੇਰਾ ਕੀਤਾ ਹੈ। ਫਿਰ ਤੇ ਇਹੀ ਸ਼ਬਦ ਆਉਣਗੇ ਕਿ ਮੇਰੇ ਦਾਤਾ ਜੀ ਆਖਣ ਜ਼ੋਰ ਮੈਂ ਬੋਲਾਂ, ਵਾਹਿਗੁਰੂ ਬੋਲਾਂ, ਮੇਰੀ ਤਾਕਤ ਨਹੀਂ ਦਾਤਿਆ, ਤੂੰ ਬੁਲਾਉਣਾ ਹੈ। ਮੈਂ ਬਾਣੀ ਪੜਾਂ, ਮੇਰੀ ਤਾਕਤ ਨਹੀਂ, ਮੈਂ ਬਾਣੀ ਬੋਲ ਸਕਾਂ, ਤੇਰੀ ਤਾਕਤ ਹੈ। ਉਦਣ ਇਹ ਗੱਲ ਸਮਝ ਲੱਗਦੀ ਹੈ। ਫਿਰ ਪਿਆਰਾ ਕਹਿੰਦਾ ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਜੇ ਕੋਈ ਕਹੇ ਵੀ ਮੈਂ ਤੇ ਇੰਨਾ ਕੁਝ ਦਾਨ ਕਰਦਾ, ਦੇਣ ਵਿੱਚ ਵੀ ਤਾਕਤ ਨਹੀਂ ਸਾ, ਉਹਦੀ ਕਲਾ ਵਰਤਦੀ ਹੈ। ਨਹੀਂ ਤੇ ਆਪਾਂ ਵੇਖ ਸਕਦੇ ਹਾਂ ਬਹੁਤਾਤ ਅਮੀਰ ਲੋਕ ਨੇ ਪਰ ਵੰਡਣ ਦੀ ਤਾਕਤ ਨਹੀਂ। ਅੱਤ ਦੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਮਾਲਕ ਨੇ ਸੋਝੀ ਦਿੱਤੀ, ਉਹ ਆਪਣੇ ਥੋੜੇ ਵਿੱਚੋਂ ਵੀ ਬਹੁਤਾ ਵੰਡ ਜਾਂਦੇ ਨੇ। ਇਦਾਂ ਦੇ ਕਰਮ ਤੁਸੀਂ ਵੇਖੋਗੇ। ਹੁਣ ਉੱਥੇ ਅਸਲ ਵਿੱਚ ਜ਼ੋਰ ਦੀ ਗੱਲ ਹੈ। ਪਾਤਸ਼ਾਹ ਜੀ ਕਹਿੰਦੇ ਜਿੱਦਣ ਤੇਰਾ ਧਿਆਨ ਆਪਣੇ ਕਰਤੇ ਵਿੱਚ ਜੁੜ ਗਿਆ ਨਾ, ਉਦਣ ਕਹੇਗਾ ਦਾਤਿਆ ਤੇਰਾ ਕੀਤਾ ਹੈ, ਮੇਰਾ ਨਹੀਂ। ਤੇਰਾ ਕੀਤਾ ਜਾਤੋ ਨਾਹੀਂ, ਪਰ ਮੈਂ ਤੇਰੇ ਕੀਤੇ ਦੀ ਕਦਰ ਹੀ ਨਹੀਂ ਕਰਦਾ, ਜਾਣਦਾ ਹੀ ਨਹੀਂ ਤੈਨੂੰ। ਮੈਨੂੰ ਤੇ ਆਪਣੇ ਕੀਤੇ ਗਏ ਕਰਮ ਵਿੱਚੋਂ ਮੈਂ ਆਪ ਹੀ ਨਜ਼ਰ ਆਉਣਾ, ਤੂੰ ਤੇ ਨਜ਼ਰ ਆਉਂਦਾ ਹੀ ਨਹੀਂ। ਪਰ ਜਿੱਦਣ ਉਸ ਮਾਲਕ ਦੇ ਵਿੱਚ ਧਿਆਨ ਜੁੜੇਗਾ, ਆਪਣੀ ਸੇਵਾ ਵਿੱਚੋਂ ਵੀ ਆਪਣਾ ਮਾਲਕ ਨਜ਼ਰ ਆਵੇਗਾ। ਦਾਤਿਆ ਇਹ ਹੱਥ ਉਹੀ ਨੇ, ਪਹਿਲਾਂ ਤੇ ਕਦੇ ਸੇਵਾ ਵਿੱਚ ਜੁੜੇ ਨਹੀਂ, ਅੱਜ ਜੁੜ ਗਏ ਨੇ, ਇਹ ਤੇਰੀ ਤਾਕਤ ਹੈ। ਇਹ ਜੀਭ ਪਹਿਲਾਂ ਤੇ ਵਾਹਿਗੁਰੂ ਬੋਲੀ ਨਹੀਂ, ਅੱਜ ਬੋਲਣ ਲੱਗ ਪਈ ਹੈ, ਤੇਰੀ ਤਾਕਤ ਹੈ। ਇਹ ਪੈਰ ਪਹਿਲਾਂ ਤੇ ਗੁਰੂ ਦੇ ਘਰ ਵੱਲ ਗਏ ਨਹੀਂ, ਅੱਜ ਜਾ ਰਹੇ ਨੇ, ਇਹ ਤੇਰੀ ਤਾਕਤ ਹੈ। ਫਿਰ ਆਪਾਂ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਜੁੜਾਂਗੇ। ਫਿਰ ਇਹ ਸ਼ਬਦ ਆਉਂਦੇ ਨੇ ਕਿ ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਜ਼ੋਰ ਨਾ ਜੁਗਤੀ ਛੁੱਟਾ ਸੰਸਾਰ। ਆਪਣੇ ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਹੋਏ ਪਿਆਰੇ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟਾ ਸੰਸਾਰ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋ ਕੀਤੋਏ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ।
ਫਿਰ ਇਹ ਅਰਦਾਸ ਹੈ ਵੀ ਮੇਰੇ ਮਾਲਕਾ ਮੈਂ ਉੱਤਮ ਤੇ ਦੂਜਾ ਨੀਚ। ਉਹ ਪਿਆਰਾ ਆਪਣੇ ਉੱਤਮ ਹੋਣ ਦਾ ਅਹੰਕਾਰ ਨਹੀਂ ਕਰਦਾ ਕਿ ਦੂਸਰੇ ਦੇ ਨੀਚ ਹੋਣ ਕਰਕੇ ਉਹਦੇ ਨਾਲ ਨਫ਼ਰਤ ਨਹੀਂ ਕਰਦਾ, ਬਲਕਿ ਆਪਣੇ ਉੱਤਮ ਹੋਣ ਤੇ ਵੀ ਅਰਦਾਸ ਹੀ ਕਰਦਾ, ਮੇਰੇ ਮਾਲਕਾ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਣੋ ਆਪੇ। ਧਿਆਨ ਮਾਰੇ, ਤੇਰਾ ਕੀਤਾ ਜਾਤੋ ਨਾਹੀ ਮੈਨੂੰ, ਜੋ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਜਦੋਂ ਕੋਈ ਪਿਆਰਾ ਉੱਤਮ ਹੋ ਜਾਂਦਾ ਨਾ, ਜਿਹੜਾ ਮਾਲਕ ਦੇ ਚਰਨਾਂ ਨਾਲ ਜੁੜਿਆ ਹੋਇਆ, ਧਿਆਨ ਮਾਰਨਾ, ਉਹ ਆਪਣੇ ਉੱਤਮ ਹੋਣ ਦਾ ਅਹੰਕਾਰ ਨਹੀਂ ਕਰਦਾ ਵੀ ਮੈਂ ਇੰਨੀ ਸੇਵਾ ਕੀਤੀ, ਇੰਨਾ ਸਿਮਰਨ ਕੀਤਾ, ਇੰਨੀ ਬੰਦਗੀ ਕੀਤੀ ਤਾਂ ਆ ਉੱਤਮ ਹੋਇਆ। ਉਹ ਅਹੰਕਾਰ ਕਰਨ ਦੀ ਬਜਾਏ ਉਦਣ ਵੀ ਅਰਦਾਸ ਵਿੱਚ ਜੁੜ ਜਾਂਦਾ, ਦਾਤਿਆ ਮੈਂ ਆਪਣੀ ਤਾਕਤ ਨਾਲ ਉੱਤਮ ਨਹੀਂ ਹੋਇਆ, ਬਲਕਿ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਣੂ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਦਾਤਿਆ ਇਹ ਰਹਿਮਤ ਤੇ ਤੇਰੀ ਹੈ, ਤਰਸ ਤੇਰਾ ਹੈ, ਮੇਰੀ ਤਾਕਤ ਥੋੜੀ ਹੈ। ਹੁਣ ਕਿੱਡੀ ਵੱਡੀ ਗੱਲ, ਪਾਤਸ਼ਾਹ ਜੀ ਕਹਿੰਦੇ ਪੁੱਤ ਧਿਆਨ ਮਾਰੀ, ਜਿੱਦਣ ਤੂੰ ਮਾਲਕ ਦੇ ਚਰਨਾਂ ਨਾਲ ਜੁੜੇਗਾ ਨਾ, ਫਿਰ ਆਪਣੀ ਗੱਲ ਨਹੀਂ ਕਰੇਗਾ, ਆਪਣੇ ਮਾਲਕ ਦੀ ਗੱਲ ਕਰੇਗਾ। ਫਿਰ ਆਪਣੀ ਸਮਰੱਥਾ ਦੀ ਗੱਲ ਨਹੀਂ ਕਰੇਗਾ, ਫਿਰ ਆਪਣੇ ਮਾਲਕ ਦੀ ਸਮਰੱਥਾ ਦੀ ਗੱਲ ਕਰੇਗਾ। ਇਹ ਕਹੇਗਾ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਪਹਿਲਾਂ ਦਾਤਿਆ ਮੈਂ ਸੋਚਦਾ ਸੀ ਮੈਂ ਹੀ ਸਾਰਿਆਂ ਨੂੰ ਪਾਲਦਾ ਪਰਿਵਾਰ ਨੂੰ। ਪਹਿਲਾਂ ਮੈਂ ਸੋਚਦਾ ਸੀ ਇਹਨਾਂ ਸਾਰਿਆਂ ਨੂੰ ਰੋਜੀ ਰੋਟੀ ਦੇਣ ਵਾਲਾ ਮੈਂ ਆ, ਇਹਨਾਂ ਨੂੰ ਸੰਭਾਲਣ ਵਾਲਾ, ਪਾਲਣ ਵਾਲਾ, ਸਭ ਕੁਝ ਕਰਨ ਵਾਲਾ ਇਹਨਾਂ ਦਾ ਮੈਂ ਆ। ਪਰ ਜਦੋਂ ਹੁਣ ਤੇਰੀ ਸਮਰੱਥਾ ਵੱਲ ਵੇਖਿਆ, ਮੈਂ ਦੇਖਦਾ ਕੀ ਪਿਆ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਪਾਲੈ ਅਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਆਪੇ ਤਰਸ ਪਿਓਈ, ਇਹ ਤੇਰਾ ਤਰਸ ਹੈ, ਇਹ ਤੇਰੀ ਰਹਿਮਤ ਹੈ, ਇਹ ਤੇਰੀ ਕਿਰਪਾ ਹੈ, ਇਹ ਤੇਰੀ ਮਿਹਰਬਾਨੀ ਹੈ, ਮੇਰੀ ਤੇ ਤਾਕਤ ਹੀ ਨਹੀਂ ਮੈਂ ਕਰ ਸਕਾਂ। ਹੁਣ ਆ ਜਿਹੜਾ ਪਾਵਨ ਬਚਨ ਹੈ ਨਾ, ਇਹ ਬਹੁਤ ਗਹਿਰਾ ਹੈ। ਪੜ੍ਹਦੇ ਭਾਵੇਂ ਆਪਾਂ ਕਈ ਸਾਲਾਂ ਤੋਂ ਆ ਰਹੇ ਹਾਂ, ਰੋਜ਼ ਪੜ੍ਹਦੇ ਹਾਂ ਸੋਦਰ ਦੀ ਬਾਣੀ ਦੇ ਅਖੀਰ ਉੱਪਰ, ਪਰ ਜਦੋਂ ਸਾਡਾ ਧਿਆਨ ਨਹੀਂ ਜੁੜਿਆ, ਫਿਰ ਅਸੀਂ ਆਪਣੇ ਪਾਠਾਂ ਦਾ ਵੀ ਅਹੰਕਾਰ ਕੀਤਾ, ਫਿਰ ਅਸੀਂ ਆਪਣੇ ਸਿਮਰਨ ਦਾ ਵੀ ਅਹੰਕਾਰ ਕੀਤਾ, ਫਿਰ ਅਸੀਂ ਆਪਣੀ ਸੇਵਾ ਦਾ ਵੀ ਅਹੰਕਾਰ ਕੀਤਾ ਹੈ। ਪਰ ਜਿੱਦਣ ਆਪਣੇ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੇ ਨਾ, ਉਦਣ ਤੇ ਇੰਨੀ ਗੱਲ ਕਹਿਣੀ ਪੈ ਗਈ, ਸੱਚੇ ਪਾਤਸ਼ਾਹ ਮੇਰੀ ਤਾਕਤ ਨਹੀਂ ਕਿ ਮੈਂ ਆਹ ਕੁਝ ਕਰ ਸਕਦਾ, ਮੇਰੀ ਤਾਕਤ ਕਿੱਥੇ ਹੈ, ਮੇਰੀ ਸਮਰੱਥਾ ਨਹੀਂ, ਬਲਕਿ ਇਹ ਤੇ ਤੇਰਾ ਕੀਤਾ ਹੈ। ਕਰਦਾ ਤੂੰ ਪਿਆ ਦਾਤਿਆ, ਪਰ ਮੈਂ ਨਾਮ ਆਪਣਾ ਕਰੀ ਜਾ ਰਿਹਾ। ਜਾਤੋ ਨਾਹੀ, ਮੈਂ ਤੇਰੇ ਕੀਤੇ ਦੀ ਕਦਰ ਹੀ ਨਹੀਂ ਜਾਣਦਾ ਪਿਆ। ਕਿੱਡੀ ਵੱਡੀ ਗੱਲ ਹੈ। ਤਾਂ ਹੀ ਸਤਿਗੁਰੂ ਜੀ ਨੇ ਵੇਖੋ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਨਾ ਇੱਕ ਪੂਰੀ ਲੜੀ ਪਰੋ ਕੇ ਸਾਡੇ ਸਾਹਮਣੇ ਰੱਖ ਦਿੱਤੀ। ਉਹ ਕਹਿੰਦੇ ਤੂੰ ਐਵੇਂ ਆਪਣੇ ਜੀਵਨ ਦੇ ਵਿੱਚ ਆਪਣੀਆਂ ਟਾਰਾਂ ਮਾਰੀ ਜਾ ਰਿਹਾ ਵੀ ਮੈਂ ਆਹ ਕੁਝ ਕਰਦਾ, ਮੈਂ ਆਹ ਕੁਝ ਕਰਦਾ। ਜਿਸ ਮਾਲਕ ਨੇ ਇਹ ਸਾਰਾ ਕੁਝ ਤੈਨੂੰ ਦਿੱਤਾ ਹੈ, ਉਹਦਾ ਧੰਨਵਾਦ ਕਰੇਂਗਾ ਕਿਤੇ? ਉਹਦੇ ਚਰਨਾਂ ਨਾਲ ਜੁੜ ਕੇ ਕਿਤੇ ਕਹੇਗਾ ਕਿ ਮੇਰੇ ਮਾਲਕ ਪਰਮੇਸ਼ਰ ਜੀ, ਤੇਰਾ ਧੰਨਵਾਦ, ਤੂੰ ਮੈਨੂੰ ਇਹ ਸੋਹਣਾ ਰੂਪ ਦਿੱਤਾ ਹੈ।
ਕਿਤੇ ਉਹਦਾ ਸ਼ੁਕਰਾਨੇ ਵਿੱਚ ਜੁੜੇਗਾ। ਪਾਤਸ਼ਾਹ ਜੀ ਕਹਿਣ ਲੱਗੇ, ਤੂੰ ਸੇਵਾ ਕਰਦਾ ਹੈ, ਤੂੰ ਬਾਣੀ ਪੜ੍ਹਦਾ ਹੈ, ਤੂੰ ਬਾਣੀ ਸੁਣਦਾ ਹੈ, ਇਹ ਤੇਰੀ ਤਾਕਤ ਹੈ। ਇਹ ਦਾਤਾਂ ਤੇ ਮੇਰੇ ਦਾਤੇ ਦੀਆਂ ਨੇ। ਤਾਂ ਹੀ ਸਤਿਗੁਰੂ ਜੀ ਨੇ ਆਵਾਜ਼ ਦੇ ਕੇ ਗੱਲ ਕਹੀ ਨਾ ਕਿ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ। ਦੀਨੇ ਉਹ ਕਿਤੇ ਧਿਆਨ ਮਾਰ ਕੇ ਵੇਖ ਦਿੱਤੇ ਕਿਹਨੇ ਨੇ? ਤੈਨੂੰ ਹੱਥ ਕਿਹਨੇ ਦਿੱਤੇ ਨੇ? ਤੈਨੂੰ ਪੈਰ ਕਿਹਨੇ ਦਿੱਤੇ ਨੇ? ਤੈਨੂੰ ਅੱਖਾਂ ਕਿਹਨੇ ਦਿੱਤੀਆਂ ਨੇ? ਤੈਨੂੰ ਜੀਭ ਕਿਹਨੇ ਦਿੱਤੀ ਹੈ? ਤੈਨੂੰ ਕੰਨ ਕਿਹਨੇ ਦਿੱਤੇ ਨੇ? ਇਹ ਧਿਆਨ ਮਾਰ ਕੇ ਵੇਖ। ਜੇ ਇਹ ਸਾਰੀਆਂ ਚੀਜ਼ਾਂ ਉਹ ਦਾਤਾ ਲੈ ਲਵੇ, ਫਿਰ ਕੀ ਤੇਰੀ ਤਾਕਤ ਹੈ? ਕੀ ਤੂੰ ਸੁਣ ਸਕਦਾ? ਕੀ ਤੂੰ ਬੋਲ ਸਕਦਾ? ਕੀ ਤੂੰ ਦੇਖ ਸਕਦਾ? ਕੀ ਤੂੰ ਕਰ ਸਕਦਾ? ਕਿੱਥੇ ਤੂੰ ਜਾ ਸਕਦਾ? ਪਾਤਸ਼ਾਹ ਜੀ ਕਹਿੰਦੇ ਹਉਮੈ ਨਾ ਕਰ ਪੁੱਤ, ਬਲਕਿ ਜਿਹਨੇ ਦਿੱਤੇ ਨੇ ਉਹਦਾ ਧੰਨਵਾਦ ਕਰ, ਉਹਦੇ ਸ਼ੁਕਰਾਨੇ ਵਿੱਚ ਜੁੜ ਜਾ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਉਹਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਜੁੜਨ ਦੀ ਗੱਲ, ਉਹਨੂੰ ਛੱਡ ਕੇ ਉਹਦੀ ਸਮਰੱਥਾ ਨੂੰ ਪਾਸੇ ਕਰਕੇ ਆਪਣੀ ਸਮਰੱਥਾ ਦੀ ਆਪਣੇ ਵੱਲ ਧਿਆਨ। ਪਾਤਸ਼ਾਹ ਜੀ ਕਹਿੰਦੇ ਇਹ ਗੱਲ ਜੱਚਦੀ ਨਹੀਂ। ਬਲਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰਾ ਕੀਤਾ ਜਾਤੋ ਨਾਹੀ। ਮੇਰੇ ਮਾਲਕਾ ਕੀਤਾ ਸਭ ਕੁਝ ਤੇਰਾ ਹੀ ਹੈ, ਪਰ ਮੈਂ ਇਹ ਜਾਣਦਾ ਹੀ ਨਹੀਂ। ਤੇਰੇ ਕੀਤੇ ਦੀ ਕਦਰ ਕਿੱਥੇ ਪਾਉਣਾ? ਤੇਰੇ ਕੀਤੇ ਦੀ ਕਦਰ ਕਿੱਥੇ ਪਾਉਣਾ? ਜੇ ਤੇਰੇ ਕੀਤੇ ਦੀ ਕਦਰ ਪਾਉਂਦਾ ਹੁੰਦਾ, ਫਿਰ ਤੇ ਦਾਤਿਆ ਤੈਨੂੰ ਕਦੇ ਵੀ ਉਲਾਂਭਾ ਨਾ ਦਿੰਦਾ ਵੀ ਰੱਬਾ ਤੂੰ ਮੈਨੂੰ ਆਹ ਕੁਝ ਕਿਉਂ ਨਹੀਂ ਦਿੱਤਾ। ਜੇ ਤੇਰੇ ਕੀਤੇ ਦੀ ਕਦਰ ਪਾਉਂਦਾ ਹੁੰਦਾ, ਫਿਰ ਤੇ ਮੈਂ ਆਪਣਾ ਸਰੀਰ ਪ੍ਰਾਪਤ ਕਰਕੇ ਵੀ ਤੇਰਾ ਧੰਨਵਾਦ ਕਰਦਾ। ਫਿਰ ਤੇ ਮੈਂ ਇਸ ਸਰੀਰ ਵੱਲ ਵੇਖ ਕੇ ਹੀ ਤੇਰੇ ਸਿਮਰਨ ਵਿੱਚ ਜੁੜ ਜਾਣਾ ਸੀ। ਧੰਨਵਾਦ ਤੇਰਾ, ਤੂੰ ਮੈਨੂੰ ਇਸ ਸਰੀਰ ਤੇ ਦਿੱਤਾ ਹੈ। ਹੁਣ ਪਾਤਸ਼ਾਹ ਜੀ ਦੀ ਬਾਣੀ ਨੇ ਇਹ ਬਚਨ ਕਹੇ, ਕਹਿੰਦੇ ਉਹ ਤੇ ਫਿਰ ਸ਼ੁਕਰਾਨੇ ਵਿੱਚ ਜੁੜਦੇ ਨੇ। ਉਹ ਆਪਣੇ ਜੀਵਨ ਵਿੱਚ ਆਪਣੀ ਤਾਕਤ ਦਾ ਅਹੰਕਾਰ ਨਹੀਂ ਕਰਦੇ। ਨਹੀਂ ਤੇ ਸਾਨੂੰ ਹਉਮੈ ਹੈ ਆਪਣੇ ਪਦਾਰਥਾਂ ਦੀ। ਆਪਣੇ ਜੀਵਨ ਵਿੱਚ ਆਪਣੇ ਕਰਮਾਂ ਦੀ ਹਉਮੈ। ਜਿਹੜੇ ਮਾਲਕ ਦੇ ਚਰਨਾਂ ਨਾਲ ਜੁੜੇ, ਉਹ ਫਿਰ ਉਹਦੀ ਸਮਰੱਥਾ ਨੂੰ ਜਾਣਦੇ ਨੇ, ਉਹਦੀ ਤਾਕਤ ਦੀ ਗੱਲ ਕਰਦੇ ਨੇ। ਤਾਂ ਹੀ ਪਾਤਸ਼ਾਹ ਜੀ ਨੇ ਇਹ ਗੱਲਾਂ ਕਹੀਆਂ, ਕਹਿੰਦੇ ਜਿਨ ਦੀਏ, ਜਿਹਨੇ ਦਿੱਤੇ ਨੇ, ਕਿਤੇ ਉਹਦੇ ਵੱਲ ਤੇਰਾ ਧਿਆਨ ਜੁੜੇ। ਜਿਨ ਦੀਏ ਤੁਝ ਬਾਪ ਮਹਤਾਰੀ, ਜਿਸ ਮਾਲਕ ਨੇ ਤੈਨੂੰ ਬਾਪ ਦਿੱਤਾ ਹੈ, ਮਾਂ ਦਿੱਤੀ ਹੈ। ਜਿਨ ਦੀਏ ਤੁਝ ਬਾਪ ਮਹਤਾਰੀ, ਜਿਨ ਦੀਏ ਤੁਝ ਭਰਾਤ ਪਿਤਹਾਰੀ। ਜਿਸ ਮਾਲਕ ਨੇ ਤੈਨੂੰ ਭਰਾ ਭੈਣ ਦੀ ਦਾਤ ਦਿੱਤੀ ਹੈ, ਇਹ ਰਿਸ਼ਤੇ। ਜਿਨ ਦੀਏ ਤੁਝ ਬਨਤਾ ਅਰਮੀਤਾ, ਜਿਸ ਮਾਲਕ ਨੇ ਤੇਰੇ ਉੱਪਰ ਰਹਿਮਤ ਕੀਤੀ, ਤੈਨੂੰ ਪਤੀ ਤੇ ਪਤਨੀ ਦਾ ਰਿਸ਼ਤਾ ਬਖਸ਼ਿਸ਼ ਕੀਤਾ ਹੈ। ਜਿਸ ਮਾਲਕ ਨੇ ਤੈਨੂੰ ਅਨੇਕਾਂ ਮਿੱਤਰਾਂ ਦੀ ਦਾਤ ਦਿੱਤੀ ਹੈ। ਜਿਨ ਦੀਏ ਤੁਝ ਬਨਤਾ ਅਰਮੀਤਾ, ਤਿਸ ਠਾਕੁਰ ਕਉ ਰੱਖ ਲੇਹ ਚੀਤਾ। ਪੁੱਤ ਉਸ ਠਾਕੁਰ ਨੂੰ ਆਪਣੇ ਚਿੱਤ ਵਿੱਚ ਰੱਖ। ਜਿੱਦਣ ਉਹ ਠਾਕੁਰ ਤੇਰੇ ਚਿੱਤ ਵਿੱਚ ਆ ਗਿਆ ਨਾ, ਉਦਣ ਕਹੇਗਾ ਮੇਰੇ ਮਾਲਕਾ ਤੂੰ ਤੇ ਦਿੱਤਾ ਹੀ ਬਹੁਤ ਕੁਝ ਹੈ, ਪਰ ਮੈਂ ਤੇਰੇ ਦਿੱਤੇ ਦੀ ਕਦਰ ਨਹੀਂ ਪਾਉਂਦਾ। ਇਹ ਸਾਰਾ ਕੁਝ ਜਿੰਨੇ ਰਿਸ਼ਤੇ ਨੇ ਮੇਰੇ ਮਾਲਕਾ, ਇਹ ਤੇ ਤੇਰੇ ਕੀਤੇ ਨੇ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਮੈਨੂੰ ਤੂੰ ਇਹਨਾਂ ਦੇ ਜੋਗ ਕਰ ਦਿੱਤਾ ਹੈ, ਮੈਨੂੰ ਤੂੰ ਜੋਗ ਕੀਤਾ ਹੈ। ਮੈਂ ਕਿਸੇ ਦਾ ਪੁੱਤ ਬਣ ਸਕਿਆ ਹਾਂ, ਕਿਸੇ ਦਾ ਭਰਾ ਬਣ ਸਕਿਆ ਹਾਂ, ਕਿਸੇ ਦਾ ਆਪਣੇ ਜੀਵਨ ਦੇ ਅੰਦਰ
ਪਤੀ ਬਣ ਸਕਿਆ, ਪਤਨੀ ਬਣ ਸਕੀਆਂ, ਆਪਣੇ ਜੀਵਨ ਵਿੱਚ ਇਹ ਰਿਸ਼ਤੇ, ਕਿਸੇ ਦਾ ਮਿੱਤਰ ਬਣ ਸਕਿਆ। ਦਾਤਿਆ ਇਹ ਤਾਕਤ ਤੂੰ ਦਿੱਤੀ ਹੈ ਮੈਨੂੰ। ਜੇ ਤੂੰ ਮੈਨੂੰ ਪੈਦਾ ਹੀ ਨਾ ਕਰਦਾ, ਜੇ ਤੂੰ ਮੈਨੂੰ ਸਾਜਦਾ ਹੀ ਨਾ, ਜੇ ਤੂੰ ਮੈਨੂੰ ਨਿਵਾਜਦਾ ਹੀ ਨਾ, ਜੇ ਤੂੰ ਮੈਨੂੰ ਸ਼ਿੰਗਾਰਦਾ ਹੀ ਨਾ, ਜੇ ਤੂੰ ਮੈਨੂੰ ਉਭਾਰਦਾ ਹੀ ਨਾ, ਨਾ ਮੈਂ ਕਿਸੇ ਦਾ ਪੁੱਤ ਬਣ ਸਕਣਾ ਸੀ, ਨਾ ਕਿਸੇ ਦਾ ਭਰਾ ਬਣ ਸਕਣਾ ਸੀ, ਨਾ ਕਿਸੇ ਦਾ ਪਿਤਾ ਬਣ ਸਕਣਾ ਸੀ, ਨਾ ਕਿਸੇ ਦਾ ਮਿੱਤਰ ਬਣ ਸਕਣਾ ਸੀ। ਤਾਕਤ ਤੇ ਤੇਰੀ ਹੈ ਨਾ। ਉਹ ਫਿਰ ਆਪਣੇ ਮਾਲਕ ਦੇ ਵੱਲ ਧਿਆਨ ਦਿੰਦੇ ਨੇ ਵੀ ਸੱਚੇ ਪਾਤਸ਼ਾਹ ਤੂੰ ਇੰਨਾ ਕੁਝ ਦਿੱਤਾ ਹੈ, ਪਰ ਮੈਂ ਤੇ ਕਦਰ ਹੀ ਨਹੀਂ ਜਾਣਦਾ ਤੇਰੇ ਗੁਣਾਂ ਦੀ। ਜਿੱਦਣ ਉਹਨਾਂ ਨੂੰ ਆਪਣੇ ਮਾਲਕ ਦਾ ਧਿਆਨ ਆਉਂਦਾ ਹੈ ਨਾ, ਉਹ ਫਿਰ ਕਹਿੰਦਾ ਮੇਰੇ ਮਾਲਕ ਜੀ ਮੈਨੂੰ ਜੋਗ ਕੀਤੋਈ, ਮੈਂ ਇੰਨੇ ਜੋਗਾ ਹੈ ਨਹੀਂ ਸੀ, ਮੈਨੂੰ ਜੋਗ ਕਰ ਦਿੱਤਾ ਹੈ। ਵੱਡੀ ਗੱਲ ਹੈ। ਜਿਹੜੇ ਆਪਣੇ ਮਾਲਕ ਦੇ ਵੱਲ ਧਿਆਨ ਨਹੀਂ ਦਿੰਦੇ, ਕਦੇ ਧਿਆਨ ਮਾਰਿਓ, ਬੰਦਾ ਆਪਣੇ ਜੀਵਨ ਵਿੱਚ ਆਪਣੇ ਕੀਤੇ ਦਾ ਅਹੰਕਾਰ ਕਰਦਾ ਹੈ। ਜਿੰਦਨ ਮਾਲਕ ਦਾ ਕੀਤਾ ਹੋਇਆ ਉਹਦੇ ਸਾਹਮਣੇ ਆਉਂਦਾ, ਫਿਰ ਅਹੰਕਾਰ ਟੁੱਟਦਾ ਹੈ, ਫਿਰ ਅਰਦਾਸ ਪੈਦਾ ਹੁੰਦੀ ਹੈ। ਅਹੰਕਾਰ ਖਤਮ ਹੋਵੇਗਾ ਤਾਂ ਸੱਚੀ ਅਰਦਾਸ ਅੰਦਰੋਂ ਨਿਕਲਣੀ ਹੈ। ਨਹੀਂ ਤੇ ਮੇਰੇ ਵਰਗਾ ਬੰਦਾ ਇੱਕ ਪਾਸੋਂ ਤੇ ਕਹਿੰਦਾ ਇਹ ਭੇਦਾਤ ਤੇਰੀ ਦਾਤਾਰ, ਦੂਜੇ ਪਾਸੇ ਆਪਣਾ 500 ਰੁਪਈਆ ਗੁਰੂ ਦੇ ਘਰ ਵਿੱਚ ਦੇ ਕੇ ਵੀ ਰੌਲਾ ਪਾਉਂਦਾ ਫਿਰਦਾ, ਮੈਂ 500 ਰੁਪਈਆ ਦਿੱਤਾ। ਇਹ ਸੱਚ ਹੈ। ਬੰਦਾ ਆਪਣੇ 500 ਰੁਪਈਏ ਦਾ ਵੀ ਅਹੰਕਾਰ ਕਰਦਾ ਵੀ ਮੈਂ ਦਿੱਤਾ, ਰੌਲਾ ਪਾਉਂਦਾ ਫਿਰਦਾ, ਮੇਰਾ ਨਾਮ ਨਹੀਂ ਬੋਲਿਆ। ਪਰ ਜਿਹੜੇ ਮਾਲਕ ਦੇ ਚਰਨਾਂ ਨਾਲ ਜੁੜੇ ਨਾ, ਉਹ ਆਪਣੀ ਕਿਰਤ ਕਮਾਈ ਦੇ ਵਿੱਚੋਂ ਜੇ ਗੁਰੂ ਦੇ ਘਰ ਵਿੱਚ ਕੁਝ ਮਾਇਆ ਭੇਟਾ ਵੀ ਕਰਦੇ ਨੇ ਨਾ, ਉਹ ਪਤਾ ਕੀ ਕਹਿੰਦੇ ਨੇ, ਦਾਤਿਆ ਮੈਂ ਇੰਨੇ ਕੁ ਰੁਪਈਏ ਦੇਣ ਜੋਗਾ ਹੈ ਨਹੀਂ ਸੀ, ਤੂੰ ਕਰ ਦਿੱਤਾ। ਮੈਂ ਇੰਨੇ ਕੁ ਜੋਗੇ ਦੇਣ ਜੋਗਾ ਹੈ ਨਹੀਂ ਸੀ, ਤੂੰ ਇੰਨੇ ਜੋਗਾ ਕਰ ਦਿੱਤਾ, ਧੰਨਵਾਦ ਤੇਰਾ। ਉਹ ਆਪਣੇ ਮਾਲਕ ਦੇ ਨਾਮ ਦੀ ਗੱਲ ਕਰਦੇ ਨੇ, ਆਪਣੇ ਨਾਮ ਦੀ ਗੱਲ ਨਹੀਂ ਕਰਦੇ। ਇਸੇ ਕਰਕੇ ਤੇ ਉਹ ਕਹਿੰਦੇ ਨੇ ਕਿ ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਮੇਰੇ ਮਾਲਕ ਜੀ ਇਹ ਪਿੰਡ, ਇਹ ਪਿੰਡਾ, ਇਹ ਸਰੀਰ ਤੇਰਾ ਹੈ। ਇਸ ਪਿੰਡ ਦੇ ਵਿੱਚ ਤੂੰ ਜਾਨ ਪਾ ਦਿੱਤੀ, ਇਹ ਵੀ ਤੇਰੀ ਹੈ ਤਾਕਤ। ਹੁਣ ਮੇਰੇ ਮਾਲਕ ਪਰਮੇਸ਼ਰ ਜੀ ਇਸ ਪਿੰਡ ਨੂੰ ਪ੍ਰਾਪਤ ਕਰਨ ਤੋਂ ਬਾਅਦ ਵੀ ਜੇ ਤੂੰ ਜਿੰਦ ਨਾ ਪਾਉਂਦਾ, ਮੈਂ ਕੀ ਕਰਨਾ ਹੋਊਗਾ ਸੀ? ਮੇਰੀ ਕੀ ਸਮਰੱਥਾ ਹੈ? ਇਹ ਤੇ ਤੇਰਾ ਕੀਤਾ ਹੈ। ਤੂੰ ਇਹਦੇ ਵਿੱਚ ਜਿੰਦ ਪਾ ਦਿੱਤੀ, ਮੈਨੂੰ ਜੋਗ ਕੀਤੋਈ ਤੂੰ ਮੈਨੂੰ ਇਹਦੇ ਜੋਗ ਕਰ ਦਿੱਤਾ ਹੈ। ਇਸੇ ਕਰਕੇ ਮੈਂ ਕਹਿਣਾ ਕਿ ਮੈਂ ਤੇ ਕਿਸੇ ਜੋਗਾ ਵੀ ਨਹੀਂ, ਕੋਈ ਤਾਕਤ ਨਹੀਂ। ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਮੇਰੀ ਵਡਿਆਈ ਨਹੀਂ, ਇਹ ਤੇਰਾ ਕੀਤਾ, ਇਸ ਕਰਕੇ ਤੇਰੀ ਵਡਿਆਈ ਹੈ। ਮੈਨੂੰ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣਾਈ, ਆਪੇ ਤਰਸ ਭਇਓ। ਤੂੰ ਤਰਸ ਕੀਤਾ ਦਾਤਿਆ, ਇਸ ਕਰਕੇ ਇਹ ਤੇਰੀ ਵਡਿਆਈ ਹੈ, ਮੇਰੀ ਵਡਿਆਈ ਥੋੜੀ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਮੇਰੇ ਨਾਮ ਦੀ ਗੱਲ ਨਹੀਂ ਸੱਚੇ ਪਾਤਸ਼ਾਹ, ਹੁਣ ਤੇ ਤੇਰੇ ਨਾਮ ਦੀ ਗੱਲ ਹੈ ਵੀ ਤੂੰ ਹੀ ਕਰਨ ਵਾਲਾ ਹੈ। ਮੈਂ ਤੇ ਹੰਕਾਰ ਕਰ ਹੀ ਨਹੀਂ ਸਕਦਾ। ਕਰਾਂ ਵੀ ਕਿਸ ਚੀਜ਼ ਦਾ? ਜੇ ਮੇਰਾ ਕੁਝ ਹੋਵੇ ਤਾਂ ਕਰਾਂ, ਜੇ ਮੇਰਾ ਕੁਝ ਹੋਵੇ ਤਾਂ ਤੇ ਮੈਂ ਅਹੰਕਾਰ ਕਰਾਂ, ਰੱਬਾ ਮੈਂ ਤੈਨੂੰ ਆ ਕੁਝ ਦੇਣ ਲੱਗਿਆ। ਬਲਕਿ ਮੈਨੂੰ ਤੇ ਹੁਣ ਸਮਝ ਲੱਗ ਗਈ ਹੈ ਜਦੋਂ ਤੇਰੇ ਵੱਲ ਵੇਖਿਆ ਵੀ ਮੇਰਾ ਮੁਝ ਮੈਂ ਕਿਛ ਨਹੀਂ। ਮਾਲਕਾ ਪਹਿਲਾਂ ਤੇ ਮੈਂ ਵੇਖਦਾ ਸੀ ਆ ਘਰ ਵੀ ਮੇਰਾ, ਪਰਿਵਾਰ ਵੀ ਮੇਰਾ, ਧਨ ਦੌਲਤ ਵੀ ਮੇਰੀ, ਜ਼ਮੀਨ ਜਾਇਦਾਦ ਵੀ ਮੇਰੀ, ਕੀਮਤੀ ਸੋਨਾ ਚਾਂਦੀ ਵੀ ਮੇਰਾ। ਜਦੋਂ ਮੈਂ ਤੇਰੇ ਵੱਲ ਵੇਖਿਆ, ਮੈਨੂੰ ਪਤਾ ਲੱਗ ਗਿਆ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ
ਲੱਗ ਗਿਆ ਮੇਰਾ, ਤੇਰਾ ਤੈਨੂੰ ਵਾਪਸ ਕਰ ਦਵਾਂ, ਪੱਲੇ ਰਵੇਗਾ ਕੀ। ਆਪੇ ਤਰਸ ਪਿਓ ਦਾਤਿਆ, ਤੂੰ ਤਰਸ ਕੀਤਾ ਹੈ। ਇਹ ਉਹਨਾਂ ਪਿਆਰਿਆਂ ਦੇ ਅਸਲ ਵਿੱਚ ਅਲਫਾਜ਼ ਨੇ ਜਿਹੜੇ ਮਾਲਕ ਤੇ ਧਿਆਨ ਟਿਕਾ ਗਏ, ਜਿਹੜੇ ਮਾਲਕ ਦੇ ਚਰਨਾਂ ਵਿੱਚ ਆਪਣੀ ਸੁਰਤ ਟਿਕਾ ਕੇ ਬੈਠ ਗਏ ਨਾ, ਉਹ ਫਿਰ ਆਪਣੇ ਮਾਲਕ ਦੀ ਹੀ ਗੱਲ ਕਰਦੇ ਨੇ। ਸੱਚੇ ਪਾਤਸ਼ਾਹ, ਸਾਡੀ ਕੀ ਤਾਕਤ ਹੈ ਅਸੀਂ ਕੁਝ ਕਰ ਸਕੀਏ, ਸਾਰੇ ਪਾਸੇ ਤੇ ਤੇਰਾ ਹੀ ਜ਼ੋਰ ਹੈ। ਕੁਦਰਤ ਕੇ ਸਭ ਬੰਦੇ, ਕੁਦਰਤ ਦਾ ਅਰਥ ਹੈ ਤਾਕਤ। ਤੇਰੀ ਤਾਕਤ ਦੇ ਹੀ ਇਹ ਸਾਰੇ ਬੱਝੇ ਹੋਏ ਨੇ, ਤੇਰੀ ਤਾਕਤ ਦੇ ਨਾਲ ਹੀ ਤੇ ਤੁਰੇ ਫਿਰਦੇ ਆ। ਤਾਂ ਹੀ ਤੇ ਮੇਰੇ ਸਤਿਗੁਰੂ ਜੀ ਕਹਿੰਦੇ, ਤੂੰ ਕਾਹਦਾ ਹੰਕਾਰ ਕਰਦਾ ਹੈ ਭਲਿਆ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਕਹਿੰਦੇ ਕਾਹਦੀ ਤਾਕਤ ਹੈ ਤੇਰੀ। ਪਾਣੀ ਦੀ ਕੰਧ ਹੈ ਜਿਹਨੂੰ ਹਵਾ ਦਾ ਸਹਾਰਾ ਹੈ। ਸਰੀਰ ਸਾਡਾ ਪਾਣੀ ਦੀ ਕੰਧ ਹੈ, ਜਲ ਕੀ ਭੀਤ ਹੈ, ਪਵਨ ਕਾ ਥੰਬਾ, ਹਵਾ ਦਾ ਇਹਨੂੰ ਸਹਾਰਾ ਮਿਲਿਆ ਹੋਇਆ, ਸਵਾਸਾਂ ਦਾ। ਰਕਤ ਬੁੰਦ ਕਾ ਗਾਰਾ, ਸਤਿਗੁਰੂ ਜੀ ਕਹਿੰਦੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ। ਕਹਿੰਦੇ ਆਹ ਤੇਰੇ ਜੀਵਨ ਦਾ ਵਜੂਦ ਹੈ। जल की भीत पवन का थंबा, रकत बुंद का गारा, हाड मास नाड़ी को पिंजर, पंखी बसै बेचारा। प्राणी क्या मेरा क्या तेरा, जैसे तरवर पंख बसेरा। कहते दस तेरा की है ते मेरा की है। ਅਸੀਂ ਤੇ ਇੱਥੇ ਪੰਛੀ ਦੇ ਵਾਂਗ ਆ, ਜਿਵੇਂ ਪੰਛੀ ਇੱਕ ਦਰਖਤ ਤੇ ਰਾਤ ਕੱਟਦਾ, ਸਵੇਰ ਨੂੰ ਪਤਾ ਹੀ ਨਹੀਂ ਕਿੱਧਰਲੇ ਪਾਸੇ ਉੱਡ ਪੁੱਡ ਜਾਂਦਾ ਹੈ, ਲੱਭਦਾ ਹੀ ਨਹੀਂ। ਪਾਤਸ਼ਾਹ ਜੀ ਕਹਿੰਦੇ ਜਿੱਦਣ ਆਪਣੇ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੇਗਾ ਨਾ, ਉਦਣ ਆਪਣੇ ਕੀਤੇ ਦਾ ਅਹੰਕਾਰ ਨਹੀਂ ਹੋਵੇਗਾ, ਬਲਕਿ ਕਰਨ ਤੋਂ ਬਾਅਦ ਅਹੰਕਾਰ ਕਰਨ ਦੀ ਬਜਾਏ ਅਰਦਾਸ ਕਰੇਗਾ। ਅਰਦਾਸ, ਜਿਵੇਂ ਧੰਨ ਰਵਿਦਾਸ ਮਹਾਰਾਜ ਜੀ ਨੇ ਸ਼ਬਦ ਕਹੇ ਨਾ ਕਿਤੇ, ਉਹਨਾਂ ਦੇ ਸ਼ਬਦਾਂ ਨੂੰ ਪੜ੍ਹ ਕੇ ਬੈਰਾਗ, ਆਪਣੇ ਮਾਲਕ ਪਰਮੇਸ਼ਰ ਦਾ ਪਿਆਰ, ਆਪਣੇ ਮਾਲਕ ਪਰਮੇਸ਼ਰ ਦਾ ਦੀਦਾਰ ਕਰਦੇ ਹੋਏ ਕਿਵੇਂ ਉਹ ਕਹਿੰਦੇ ਨੇ, ਮੇਰੇ ਮਾਲਕ ਜੀ ਮੇਰੀ ਜਾਤ ਵੀ ਉਹੀ ਚਮਾਰ, ਮੇਰਾ ਕਿੱਤਾ ਵੀ ਉਹਾਂ, ਮਰੇ ਹੋਏ ਪਸ਼ੂਆਂ ਨੂੰ ਢੋਣਾ, ਮੈਂ ਰਵਿਦਾਸ ਉਹੀ ਹਾਂ। ਜਿੱਤੋਂ ਇਹ ਲੋਕ ਨਫ਼ਰਤ ਕਰਦੇ ਸੀ, ਜਿਹਨੂੰ ਇਹ ਦੁਰਕਾਰਦੇ ਸੀ, ਫਟਕਾਰਦੇ ਸੀ, ਧੱਕੇ ਮਾਰਦੇ ਸੀ, ਫਰਕ ਤੇ ਕੁਝ ਵੀ ਨਹੀਂ ਪਿਆ। ਇਹ ਲੋਕ ਵੀ ਉਹੀ ਨੇ, ਇਹ ਸ਼ਹਿਰ ਵੀ ਉਹੀ ਹੈ, ਇਹ ਉਹੀ ਦੁਕਾਨ ਹੈ, ਇਹ ਉਹੀ ਪਸ਼ੂਆਂ ਦਾ ਚੰਮ ਖਿਲ ਰਿਹਾ ਪਿਆ ਹੈ। ਮੈਂ ਉਹੀ ਰਵਿਦਾਸ ਹਾਂ, ਜਿਹਨੂੰ ਇਹ ਕਹਿੰਦੇ ਸੀ ਤੇਰੀ ਜਾਤ ਕਮੀਨੀ, ਪਾਤ ਕਮੀਨੀ, ਓਛਾ ਜਨਮ ਹਮਾਰਾ, ਜਿਹਨੂੰ ਇਹ ਲੋਕ ਕਹਿੰਦੇ ਸੀ ਤੂੰ ਨੀਵੀਂ ਜਾਤ ਦਾ ਸ਼ੂਦਰ, ਚਮਿਆਰ, ਨੀਚ, ਚੰਡਾਲ। ਪਰ ਸੱਚੇ ਪਾਤਸ਼ਾਹ ਅੱਜ ਆ ਕੌਤਕ ਵਾਪਰਦਾ ਪਿਆ, ਜਿਹੜੇ ਨਫ਼ਰਤ ਕਰਦੇ ਸੀ, ਜਿਹੜੇ ਫਟਕਾਰ ਕਰ ਦਿੰਦੇ ਸੀ, ਉਹ ਅੱਜ ਪਿਆਰ ਦੇਣ ਲੱਗ ਪਏ, ਉਹ ਅੱਜ ਸਤਿਕਾਰ ਦੇਣ ਲੱਗ ਪਏ, ਉਹ ਮੇਰੇ ਪ੍ਰਤੀ ਆਪਣੀ ਚੰਗੀ ਵਿਚਾਰ ਦੇਣ ਲੱਗ ਪਏ। ਸੱਚੇ ਪਾਤਸ਼ਾਹ ਇਹ ਮੇਰੀ ਤਾਕਤ ਨਹੀਂ, ਬਲਕਿ ਐਸੀ ਲਾਲ ਤੁਝ ਬਿਨ ਕੌਣ ਕਰੈ। ਧਿਆਨ ਮਾਰੇ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਉ ਤੂੰ ਤਰਸ ਕੀਤਾ ਦਾਤਿਆ। ਮੇਰੇ ਨਿਰਗੁਣੇ ਵਾਲੇ ਕੋਲ ਤੇ ਗੁਣ ਹੀ ਨਹੀਂ ਕਿ ਲੋਕ ਮੇਰੇ ਅੱਗੇ ਨਮਸਕਾਰ ਕਰ ਸਕਦੇ, ਝੁਕ ਸਕਦੇ। ਮੇਰੇ ਕੋਲ ਤੇ ਇਦਾਂ ਦਾ ਗੁਣ ਹੈ ਹੀ ਨਹੀਂ
ਕਿ ਲੋਕ ਮੈਨੂੰ ਸਤਿਕਾਰ ਦੇ ਸਕਦੇ, ਪਿਆਰ ਦੇ ਸਕਦੇ, ਮੇਰੇ ਪ੍ਰਤੀ ਆਪਣੇ ਚੰਗੀ ਵਿਚਾਰ ਦੇ ਸਕਦੇ। ਮੇਰੀ ਤਾਕਤ ਨਹੀਂ, ਬਲਕਿ ਮੈਂ ਤੇ ਉਹੋ ਹੀ ਹਾਂ। ਪਰ ਇਹ ਤੇਰੀ ਰਹਿਮਤ ਹੋ ਗਈ ਹੈ ਐਸੀ ਲਾਲ, ਤੁਝ ਬਿਨ ਕੌਣ ਕਰੈ ਗਰੀਬ ਨਿਵਾਜ਼। ਗੁਸਈਆਂ ਮੇਰਾ ਮਾਥੈ ਛਤਰ ਧਰੈ, ਜਾ ਕੀ ਛੋਤ ਜਗਤ ਕੋ ਲਾਗੈ। ਤਾ ਪਰ ਤੂੰ ਹੀ ਢਰਹਿ ਨੀਚਹਿ ਊਚ ਕਰੈ। ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਮੇਰਾ ਮਾਲਕ ਨੀਵਿਆਂ ਨੂੰ ਉੱਚੇ ਕਰਨ ਵਾਲਾ ਭਾਈ, ਮੇਰੀ ਤਾਕਤ ਨਹੀਂ ਸੀ ਮੈਂ ਨੀਵੇਂ ਤੋਂ ਉੱਚਾ ਹੋ ਸਕਦਾ। ਇਹ ਤੇ ਮੇਰੇ ਮਾਲਕ ਦੀ ਤਾਕਤ ਹੈ। ਜਿਵੇਂ ਭਾਈ ਵੀਰ ਸਿੰਘ ਆਪਣੇ ਮਾਲਕ ਦੇ ਚਰਨਾਂ ਨਾਲ ਜੁੜੇ ਹੋਏ ਨਾ, ਇੱਕ ਸ਼ਬਦ ਕਹਿਣ ਲੱਗ ਪਏ। ਉਹ ਦੁਨੀਆ ਨੂੰ ਪੁਕਾਰ ਕੇ ਕਹਿੰਦੇ ਨੇ, ਦੁਨੀਆ ਦੇ ਲੋਕੋ ਤੁਸੀਂ ਮੈਨੂੰ ਮੰਦਾ ਕਹਿੰਦੇ ਸੀ, ਭੈੜਾ ਕਹਿੰਦੇ ਸੀ, ਮੇਰੇ ਪ੍ਰਤੀ ਤੁਹਾਡੀ ਬੁਰੀ ਵਿਚਾਰ ਸੀ, ਕਿਉਂਕਿ ਉਦੋਂ ਹੋ ਸਕਦਾ ਮੇਰਾ ਬੁਰਾ ਜੀਵਨ ਸੀ, ਮੇਰੀਆਂ ਬੁਰੀਆਂ ਕਰਤੂਤਾਂ ਸੀ, ਇਸ ਕਰਕੇ ਬੁਰਾ ਕਿਹਾ ਤੁਸੀਂ, ਮੁਬਾਰਕ। ਪਰ ਹੁਣ ਬੁਰਾ ਨਹੀਂ ਕਹਿਣਾ ਚਾਹੀਦਾ ਤੁਹਾਨੂੰ, ਹੁਣ ਤੁਹਾਨੂੰ ਭੈੜਾ ਨਹੀਂ ਕਹਿਣਾ ਚਾਹੀਦਾ। ਉੱਥੇ ਉਹ ਸ਼ਬਦ ਬੜੇ ਪਿਆਰ ਵਾਲੇ ਕਹਿੰਦੇ, ਉਹ ਕਹਿੰਦੇ ਮੈਂ ਚੰਗੀ ਬੇਲੋਕਾ। ਪਤਾ ਕਿਉਂ? ਜਿਹੜੀ ਚੀਜ਼ ਚੰਗੀ ਹੋਵੇ ਨਾ, ਉਹਨੂੰ ਹਰ ਇੱਕ ਆਪਣੇ ਕਲਾਵੇ ਵਿੱਚ ਲੈਂਦਾ ਹੈ। ਜਿਹੜੀ ਚੰਗੀ ਹੋਵੇ ਚੀਜ਼, ਉਹਨੂੰ ਆਪਾਂ ਆਪਣੇ ਕੋਲ ਰੱਖਣਾ ਚਾਹੁੰਦੇ ਆ, ਆਪਣੇ ਨਾਲ ਜੋੜਦੇ ਆ। ਜਿਵੇਂ ਸਾਨੂੰ ਵੀ ਚੰਗੀਆਂ ਚੀਜ਼ਾਂ ਹੀ ਭਾਉਂਦੀਆਂ ਨੇ, ਪਿਆਰੀਆਂ ਲੱਗਦੀਆਂ ਨੇ, ਮਾੜੀਆਂ ਚੀਜ਼ਾਂ ਤਾਂ ਅਸੀਂ ਘਰ ਤੋਂ ਬਾਹਰ ਸੁੱਟ ਦਿੰਦੇ ਹਾਂ, ਉਹ ਕੋਈ ਵੀ ਹੋਵੇ। ਅਸੀਂ ਨਹੀਂ ਚਾਹੁੰਦੇ ਸਾਡੇ ਘਰ ਵਿੱਚ ਰਹੇ। ਜਿਵੇਂ ਆਪਾਂ ਗੰਦਗੀ ਦੀ ਗੱਲ ਕਰੀਏ, ਭਾਵੇਂ ਉਹ ਗੰਦਗੀ ਸਾਡੀ ਹੋਈ ਹੈ, ਅਸੀਂ ਉਹ ਪਾਈ ਹੈ, ਪਰ ਅਸੀਂ ਆਪਣੀ ਪਾਈ ਹੋਈ ਗੰਦਗੀ ਨੂੰ ਵੀ ਆਪਣੇ ਘਰ ਵਿੱਚ ਨਹੀਂ ਰੱਖਣਾ ਚਾਹੁੰਦੇ, ਬਾਹਰ ਸੁੱਟਣਾ ਚਾਹੁੰਦੇ ਹਾਂ। ਜਿਹੜੀ ਚੰਗੀ ਚੀਜ਼ ਹੈ ਉਹ ਅਸੀਂ ਆਪਣੇ ਘਰ ਵਿੱਚ ਰੱਖਣਾ ਚਾਹੁੰਦੇ ਹਾਂ। ਗੰਦਗੀ ਸਾਨੂੰ ਵੀ ਪਰਵਾਹ ਨਹੀਂ, ਗੰਦਗੀ ਰੱਬ ਨੂੰ ਵੀ ਪਰਵਾਹ ਨਹੀਂ। ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਮੈਂ ਚੰਗੀ ਬੇਲੋਕਾ, ਮੈਨੂੰ ਸਾਈਂ ਨੇ ਗਲ ਲਾਇਆ। ਮੈਨੂੰ ਰੱਬ ਨੇ ਆਪਣੇ ਗਲ ਨਾਲ ਲਾ ਲਿਆ, ਮੈਂ ਚੰਗੀ ਹੋ ਗਈ ਆ, ਤਾਂ ਹੀ ਤੇ ਗਲ ਨਾਲ ਲਾਇਆ ਰੱਬ ਨੇ। ਜਿਵੇਂ ਮਾੜੀ ਹੁੰਦੀ ਰੱਬ ਨੇ ਵੀ ਗਲ ਨਾਲ ਨਹੀਂ ਲਾਉਣਾ ਸੀ। ਮੈਂ ਚੰਗੀ ਬੇਲੋਕਾ, ਮੈਨੂੰ ਸਾਈਂ ਨੇ ਗਲ ਲਾਇਆ। ਗੁਣ ਅਵਗੁਣ ਮੇਰਾ ਕੁਝ ਨਾ ਤੱਕਿਆ, ਉਸ ਪਕੜ ਕੇ ਕੋਲ ਬਿਠਾਇਆ। ਮੰਦੀ ਸਾਂ, ਵੇਖੋ ਉਹ ਕਹਿੰਦੇ ਮੰਦੀ ਸਾਂ ਪਰ ਚੰਗੀ ਹੋ ਗਈ। ਪਹਿਲਾਂ ਭੈੜੀ ਸੀ ਜ਼ਿੰਦਗੀ, ਪਰ ਹੁਣ ਚੰਗੀ ਹੋ ਗਈ ਹੈ, ਰੱਬ ਨਾਲ ਜੁੜ ਗਿਆ, ਰੱਬ ਨੇ ਗਲ ਨਾਲ ਲਾ ਲਿਆ। ਮੰਦੀ ਸਾਂ ਪਰ ਚੰਗੀ ਹੋ ਗਈ, ਹੁਣ ਮੰਦੀ ਕਹੋ ਨਾ ਕੋਈ, ਉਸ ਤਾਂਬੇ ਨੂੰ ਕਹੋ ਨਾ ਤਾਂਬਾ, ਜਿਹਨੂੰ ਪਾਰਸ ਨੇ ਗਲ ਲਾਇਆ। ਜਿਹਨੂੰ ਪਾਰਸ ਨੇ ਆਪਣੀ ਸ਼ੋਅ ਦੇ ਦਿੱਤੀ, ਉਹਨੂੰ ਫਿਰ ਤਾਂਬਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਮਨੌਤ ਹੈ ਨਾ ਵੀ ਪਾਰਸ ਇੱਕ ਇਹੋ ਜਿਹਾ ਰਸਾਇਣ ਹੈ ਜਿਹੜੀ ਧਾਤ ਪਾਰਸ ਨਾਲ ਟੱਚ ਕਰ ਜਾਵੇ ਉਹ ਸੋਨਾ ਬਣ ਜਾਂਦੀ ਹੈ, ਉਹ ਆਪਣਾ ਰੂਪ ਤਿਆਗ ਦਿੰਦੀ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਉਹ ਪਹਿਲਾਂ ਮੰਦੀ ਸੀ, ਹੁਣ ਤਾਂ ਚੰਗੀ ਹੋ ਗਈਆਂ। ਪਰ ਇਹ ਮੇਰੀ ਤਾਕਤ ਨਹੀਂ ਵੀ ਮੈਂ ਆਪਣੀ ਤਾਕਤ ਨਾਲ ਚੰਗੀ ਹੋਈ, ਇਹ ਮੇਰੇ ਮਾਲਕ ਦੀ ਤਾਕਤ ਹੈ। ਉਹਨੇ ਗਲ ਨਾਲ ਲਾ ਲਿਆ ਤਾਂ ਚੰਗੀ ਹੋਈ। ਹੁਣ ਧਿਆਨ ਮਾਰ ਕੇ ਵੇਖੋ, ਜਿਹੜੇ ਮਾਲਕ ਦੇ ਚਰਨਾਂ ਨਾਲ ਜੁੜੇ ਨਾ, ਇਹ ਪਹਿਚਾਣ ਹੈ, ਉਹ ਚੰਗੇ ਹੋ ਗਏ। ਤੇ ਜਿਹੜੇ ਸੱਚ ਵਿੱਚ ਰੱਬ ਦੇ ਚਰਨਾਂ ਨਾਲ ਜੁੜ ਗਏ, ਉਹਨਾਂ ਨੇ ਆਪਣੇ ਚੰਗੇ ਹੋਣ ਦਾ ਅਹੰਕਾਰ ਨਹੀਂ ਕੀਤਾ, ਬਲਕਿ ਅਰਦਾਸ ਕੀਤੀ, ਦਾਤਿਆ ਇਹ ਤੇਰਾ ਕੀਤਾ ਹੈ, ਤੂੰ ਕੀਤਾ ਚੰਗਾ, ਮੇਰੀ ਤਾਕਤ ਨਹੀਂ ਸੀ ਮੈਂ ਚੰਗਾ ਬਣ ਸਕਦਾ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਤੂੰ ਮੈਨੂੰ ਜੋਗ ਕੀਤਾ ਹੀ ਤਾਂ ਹੋ ਸਕਿਆ।
ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਮੈਂ ਨਿਰਗੁਣ ਆਰੇ ਕੋਲ ਕੀ ਤਾਕਤ ਸੀ ਮੈਂ ਬਦਲ ਸਕਦਾ। ਇਹ ਬਹੁਤ ਡੂੰਘੀਆਂ ਗੱਲਾਂ ਨੇ ਵੀ ਅਸੀਂ ਕਈਆਂ ਨਾਲ ਨਫ਼ਰਤ ਕਰਦੇ ਆਂ ਆਪਣੇ ਚੰਗੇਪਨ ਨੂੰ ਵੇਖ ਕੇ। ਪਰ ਧਿਆਨ ਮਾਰਨਾ, ਜਿਹੜੇ ਮਾਲਕ ਦੇ ਚਰਨਾਂ ਨਾਲ ਜੁੜੇ ਨੇ ਨਾ, ਉਹ ਆਪਣੇ ਚੰਗੇ ਹੋਣ ਦਾ ਵੀ ਅਹੰਕਾਰ ਨਹੀਂ ਕਰਦੇ। ਪਤਾ ਕਿਉਂ? ਭਗਤ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ, ਉਹ ਚੁੰ ਕਹਿੰਦਾ ਮੈਂ ਬੜਾ ਚੰਗਾ, ਮੈਂ ਬੜਾ ਮਹਾਨ। ਪਰ ਚੇਤੇ ਰੱਖ ਪੁੱਤ, ਅਹੰਕਾਰ ਨਾ ਕਰ। ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨੂ ਕਿਆ ਹੋਇਆ। ਹਾਲੇ ਤੇ ਤੇਰੀ ਵੀ ਬੇੜੀ ਸਮੁੰਦਰ ਵਿੱਚ ਹੀ ਹੈ, ਕੀ ਪਤਾ ਖੰਡੇ ਤੇ ਆ ਕੇ ਡੁੱਬ ਜਵੇ। ਕਾਹਦਾ ਅਹੰਕਾਰ ਕਰਦਾ ਤੂੰ ਚੰਗੇ ਹੋਣ ਦਾ? ਹਾਲੇ ਤੇ ਤੇਰੀ ਬੇੜੀ ਵੀ ਸਮੁੰਦਰ ਦੇ ਵਿੱਚ ਹੈ, ਕੋਈ ਪਤਾ ਨਹੀਂ ਕਿਹੜੀ ਭਿਆਨਕ ਲਹਿਰ ਆਉਣੀ ਹੈ, ਤੈਨੂੰ ਵਿੱਚ ਹੀ ਡੁਬੋ ਕੇ ਖਤਮ ਕਰ ਜਾਵੇ। ਚੇਤੇ ਰੱਖਿਓ, ਆਪਣੇ ਚੰਗੇ ਹੋਣ ਦਾ ਅਹੰਕਾਰ ਨਾ ਕਰਿਓ ਵੀ ਅਸੀਂ ਤੇ ਬੜੇ ਚੰਗੇ ਹਾਂ। ਕੋਈ ਪਤਾ ਨਹੀਂ ਅਗਲਾ ਸਮਾਂ ਕਿਹੜਾ ਆਉਣਾ, ਕਿਹੋ ਜਿਹਾ ਭੈੜਾ ਕਰਮ ਸਾਡੇ ਤੋਂ ਹੋ ਜਾਣਾ ਕਿ ਸਾਡੀ ਸਾਰੀ ਚੰਗਿਆਈ ਖਤਮ ਹੋ ਜਾਣੀ। ਇਸ ਕਰਕੇ ਜੇ ਚੰਗੇ ਆ ਨਾ, ਉਹਦਾ ਸ਼ੁਕਰਾਨਾ ਕਰੀਏ ਜਿਹਨੇ ਚੰਗਿਆਈ ਦਿੱਤੀ ਹੈ। ਜੇ ਕੋਈ ਭੈੜਾ ਹੈ, ਮੰਦਾ ਹੈ, ਉਹਦੇ ਲਈ ਅਰਦਾਸ ਕਰੀਏ, ਮੇਰੇ ਦਾਤਿਆ ਰਹਿਮਤ ਕਰ ਇਹਦੇ ਉੱਪਰ, ਇਹਨੂੰ ਚੰਗਿਆਈ ਦੇ, ਇਹਨੂੰ ਬਦਲ, ਇਹਦੇ ਤੇ ਕਿਰਪਾ ਕਰ। ਉਹਦੇ ਲਈ ਅਰਦਾਸ ਹੀ ਹੈ, ਆਪਣੇ ਲਈ ਵੀ ਅਰਦਾਸ, ਦੂਜੇ ਲਈ ਵੀ ਅਰਦਾਸ। ਤਾਂ ਹੀ ਤੇ ਗੁਰੂ ਅਮਰਦਾਸ ਜੀ ਨੇ ਵੇਖੋ ਪੂਰੇ ਜੱਗ ਲਈ ਅਰਦਾਸ ਕੀਤੀ। ਕਹਿੰਦੇ ਮੇਰੇ ਮਾਲਕ ਜੀ ਕਿਰਪਾ ਕਰ, ਇਸ ਜਗਤ ਵਿੱਚ ਕਈ ਚੰਗੇ ਨੇ ਕਈ ਮਾੜੇ ਨੇ, ਮੈਂ ਚੰਗਿਆਂ ਲਈ ਵੀ ਅਰਦਾਸ ਨਹੀਂ ਕਰਾਂਗਾ, ਮੈਂ ਤੇ ਸਾਰੇ ਜਗਤ ਲਈ ਅਰਦਾਸ ਕਰਾਂਗਾ, ਜਿਹਦੇ ਵਿੱਚ ਚੰਗੇ ਵੀ ਆਉਂਦੇ ਨੇ ਮੰਦੇ ਵੀ ਆਉਂਦੇ ਨੇ, ਜਿਹਦੇ ਵਿੱਚ ਅਸੰਖ ਜਪ ਅਸੰਖ ਪਾਓ, ਜਿਹਦੇ ਵਿੱਚ ਅਸੰਖ ਮੂਰਖ ਅੰਧ ਘੋਰ, ਇਦਾਂ ਦੀ। ਪਰ ਮੈਂ ਤੇ ਸਾਰਿਆਂ ਲਈ ਅਰਦਾਸ ਕਰਾਂਗਾ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ। ਜਿਵੇਂ ਵੀ ਹੋ ਸਕਦਾ ਦਾਤਿਆ, ਇਸ ਜਗਤ ਦਾ ਪਾਲਣਹਾਰ ਬਣ ਕੇ ਇਹਨੂੰ ਡੁੱਬਣ ਤੋਂ ਬਚਾ ਲੈ, ਇਹਨੂੰ ਸੜਨ ਤੋਂ ਬਚਾ ਲੈ। ਪੂਰੇ ਜਗਤ ਲਈ ਅਰਦਾਸ ਕੀਤੀ, ਕਿਸੇ ਖਾਸ ਲਈ ਅਰਦਾਸ ਨਹੀਂ। ਤਾਂ ਹੀ ਤੇ ਆਪਾਂ ਰੋਜ਼ ਗੁਰੂ ਦੇ ਘਰ ਵਿੱਚ ਅਰਦਾਸ ਕਰਦੇ ਆ ਨਾ, ਵੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇਰੇ ਭਾਣੇ ਵਿੱਚ ਸਰਬੱਤ ਦਾ ਭਲਾ ਹੋ ਸਕਦਾ, ਮੇਰੇ ਭਾਣੇ ਵਿੱਚ ਤੇ ਸਰਬੱਤ ਦਾ ਭਲਾ ਨਹੀਂ ਹੋ ਸਕਦਾ। ਮੈਂ ਤੇ ਚੁਣ ਚੁਣ ਕੇ ਭਲਾ ਕਰਦਾ ਨਾ, ਵੀ ਆ ਚੰਗਾ, ਮੈਂ ਇਹਦੇ ਨਾਲ ਖਲੋਵਾਂਗਾ, ਮੈਂ ਇਹਦੀ ਸਾਥ ਦੇਵਾਂਗਾ। ਪਰ ਰੱਬਾ ਤੇਰੇ ਭਾਣੇ ਵਿੱਚ ਤੇ ਸਾਰਿਆਂ ਦਾ ਹੀ ਭਲਾ ਹੋ ਸਕਦਾ। ਇਸ ਕਰਕੇ ਮੈਂ ਤੇਰੇ ਭਾਣੇ ਦੀ ਵਰਤਣਾ ਵੇਖਣਾ ਚਾਹੁੰਦਾ। ਹੁਣ ਉਸੇ ਭਾਣੇ ਦੀ ਇੱਥੇ ਗੱਲ ਹੈ, ਰੱਬ ਜੀ ਇਹ ਤੇਰਾ ਭਾਣਾ ਹੈ, ਮੇਰਾ ਭਾਣਾ ਨਹੀਂ, ਮੇਰੀ ਸਮਰੱਥਾ ਨਹੀਂ, ਮੇਰੀ ਤਾਕਤ ਨਹੀਂ, ਮੇਰੀ ਯੋਗਤਾ ਨਹੀਂ, ਮੈਂ ਆਹ ਕੁਝ ਕਰ ਸਕਦਾ। ਬਲਕਿ ਤੇਰਾ ਕੀਤਾ ਜਾਤੋ ਨਾਹੀ ਮੈਨੋ, ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਮੇਰੇ ਨਿਰਗੁਣ ਆਰੇ ਕੋਲ ਤੇ ਗੁਣ ਹੀ ਕੋਈ ਨਹੀਂ। ਬਲਕਿ ਜਿੱਦਣ ਜੁੜਾਂਗੇ ਨਾ, ਜਿਹੜੇ ਗੁਣ ਸਾਡੇ ਪੱਲੇ ਪਏ ਨੇ, ਸਾਡੇ ਕੋਲ ਨੇ, ਬਸ ਇਹੀ ਗੱਲ ਕਹਾਂਗੇ ਕਿ ਸਭ ਗੁਣ ਤੇਰੇ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਫਿਰ ਤੇ ਅਰਦਾਸ ਹੀ ਹੋਵੇਗੀ ਨਾ ਵੀ ਮਾਲਕ ਜੀ ਜਿੰਨੇ ਮੇਰੇ ਕੋਲ ਗੁਣ ਨੇ ਨਾ, ਇਹ ਸਭ ਗੁਣ ਤੇਰੇ ਨੇ, ਮੇਰੇ ਤੇ ਹੈ ਹੀ ਨਹੀਂ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਜੇ ਤੂੰ ਆ ਮੇਰੇ ਜੀਵਨ ਵਿੱਚ ਗੁਣ ਨਾ ਪੈਦਾ ਕੀਤੇ ਹੁੰਦੇ ਨਾ ਦਾਤਿਆ, ਤੇਰੀ ਭਗਤੀ ਕਿਤੇ ਕਰ ਸਕਣੇ ਸੀ? ਇਹ ਤੇ ਤੇਰਾ ਕੀਤਾ ਹੈ, ਮੇਰਾ ਕੀਤਾ ਥੋੜੀ ਹੈ। ਤਰਸ ਪਿਆ ਮਿਹ ਰਾਮਤ ਹੋਈ, ਸਤਿਗੁਰ ਸੱਜਣ
ਮਿਲਿਆ। ਤੇਰਾ ਤਰਸ ਹੋ ਗਿਆ ਦਾਤਿਆ, ਤੇਰੀ ਮਿਹਰਮਤ ਹੋ ਗਈ ਦਾਤਿਆ, ਕਿ ਇਸ ਜੀਵਨ ਦੇ ਵਿੱਚ ਸਤਿਗੁਰੂ ਮਿੱਤਰ ਪ੍ਰਾਪਤ ਹੋ ਗਿਆ, ਗੁਰੂ ਮਿੱਤਰ ਮਿਲ ਗਿਆ। ਔਰ ਗੁਰੂ ਮਿੱਤਰ ਨੇ ਕਿਰਪਾ ਕੀਤੀ, ਤੇਰੇ ਗੁਣ ਮੇਰੀ ਝੋਲੀ ਵਿੱਚ ਪਾ ਦਿੱਤੇ। ਇਹ ਗੁਰੂ ਮਿੱਤਰ ਦੀ ਤਾਕਤ ਹੈ ਕਿ ਉਹਦੇ ਮਿਲਾਪ ਦੇ ਨਾਲ ਨਾ ਜੀਵਨ ਮੰਦੇ ਤੋਂ ਚੰਗਾ ਹੁੰਦਾ ਹੈ। ਉਹਦੇ ਚਰਨਾਂ ਨਾਲ ਜੁੜਿਆਂ ਹੀ ਸੋਝੀ ਆਉਂਦੀ ਹੈ। ਜਿਵੇਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਇੱਕ ਚੋਰ ਨੇ, ਲੁਟੇਰੇ ਨੇ, ਧਾੜਵੀ ਨੇ, ਲੁੱਟਾਂ ਖੋਹਾਂ ਕਰਨ ਵਾਲੇ ਨੇ ਸਿੱਖੀ ਪ੍ਰਾਪਤ ਕੀਤੀ ਭਾਈ ਅਦਲੀ ਦੀ ਸੰਗਤ ਕਰਕੇ। ਛੇਵੇਂ ਪਾਤਸ਼ਾਹ ਦੇ ਸਮੇਂ ਤੱਕ ਉਹਨੇ ਮਹਾਨ ਸੇਵਾ ਕਮਾਈ। ਅੱਜ ਛੇਵੇਂ ਪਾਤਸ਼ਾਹ ਉਸ ਪਿਆਰੇ ਨੂੰ ਆਵਾਜ਼ ਮਾਰ ਕੇ ਇੱਕ ਸ਼ਬਦ ਕਹਿੰਦੇ ਨੇ, ਕਹਿੰਦੇ ਪਿਆਰੇ ਬਹਾਦਰ ਬਿਧੀ ਚੰਦ। ਇਹ ਬਹਾਦਰ ਬਿਧੀ ਚੰਦ ਪਹਿਲਾਂ ਚੋਰ ਸਨ, ਧਾੜਵੀ ਸਨ, ਲੁਟੇਰੇ ਸਨ, ਲੁੱਟਾਂ ਖੋਹਾਂ ਕਰਦੇ ਸੀ, ਡਾਕੇ ਮਾਰਦੇ ਲੋਕਾਂ ਦੇ ਘਰਾਂ ਵਿੱਚ। ਗੁਰੂ ਤੋਂ ਸਿੱਖੀ ਪ੍ਰਾਪਤ ਕੀਤੀ। ਗੁਰੂ ਨੇ ਸਮਝਾਇਆ, ਪੁੱਤ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਦੀ ਹਾਮੀ ਨਹੀਂ ਭਰਦਾ ਕੋਈ, ਚੋਰ ਦਾ ਕੀਤਾ ਹੋਇਆ ਕੰਮ ਚੰਗਾ ਨਹੀਂ ਹੁੰਦਾ। ਸਤਿਗੁਰੂ ਜੀ ਨੇ ਸਮਝਾਇਆ, ਉਹਨੇ ਇਹ ਸਾਰੇ ਭੈੜੇ ਕੰਮ ਛੱਡੇ। ਅੱਜ ਗੁਰੂ ਤੁਰਠਿਆ। ਪਾਤਸ਼ਾਹ ਜੀ ਕਹਿੰਦੇ, ਪਿਆਰੇ ਬਹਾਦਰ ਬਿਧੀ ਚੰਦ ਜੀ, ਗੁਰੂ ਨਾਨਕ ਦੀ ਰਹਿਮਤ ਹੋਈ ਹੈ, ਮੰਗੋ, ਜੋ ਮੰਗੋਗੇ ਉਹ ਦਾਤ ਝੋਲੀ ਵਿੱਚ ਪਾਵਾਂਗੇ। ਪਿਆਰੇ ਬਹਾਦਰ ਬਿਧੀ ਚੰਦ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਕੁਝ ਨਹੀਂ ਚਾਹੀਦਾ, ਕੁਝ ਨਹੀਂ ਚਾਹੀਦਾ। ਹੁਣ ਤੇ ਸਾਰੀ ਭੁੱਖ ਮਿਟ ਗਈ ਹੈ, ਹੁਣ ਕਿਸੇ ਪ੍ਰਕਾਰ ਦੀ ਵੀ ਕਿਸੇ ਪਦਾਰਥ ਦੀ ਭੁੱਖ ਨਹੀਂ, ਕੁਝ ਨਹੀਂ ਚਾਹੀਦਾ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਮੰਗ। ਉਹ ਕਹਿੰਦਾ ਸੱਚੇ ਪਾਤਸ਼ਾਹ ਕੁਝ ਨਹੀਂ ਚਾਹੀਦਾ। ਸਾਹਿਬ ਜੀ ਨੇ ਤੀਜੀ ਵਾਰੀ ਕਿਹਾ, ਮੰਗ ਕੁਝ, ਜੋ ਮੰਗੇਗਾ ਮਿਲੇਗਾ। ਤੇ ਧਿਆਨ ਮਾਰਿਓ, ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਪਿਆਰਾ ਨਾ, ਉਹ ਕਹਿੰਦਾ ਸੱਚੇ ਪਾਤਸ਼ਾਹ ਫਿਰ ਇੱਕ ਦਾਤ ਨਹੀਂ ਚਾਹੀਦੀ, ਦੋ ਦਾਤਾਂ ਚਾਹੀਦੀਆਂ। ਸਾਹਿਬ ਜੀ ਕਹਿੰਦੇ ਮੰਗ ਲੈ, ਜੋ ਮੰਗੇਗਾ ਦਵਾਂਗੇ। ਪਤਾ ਕੀ ਮੰਗਿਆ? ਪਿਆਰੇ ਬਹਾਦਰ ਬਿਧੀ ਚੰਦ ਦੇ ਅੰਦਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਮੋਲਕ ਬਾਣੀ ਸੁਖਮਨੀ ਸਾਹਿਬ ਦਾ ਸਿਮਰਨ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬਹਾਦਰ ਬਿਧੀ ਚੰਦ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਜਿਹੇ ਗੁਰ ਸੰਗ ਨਾਮ ਕੋ ਰੰਗ। ਪਹਿਲੀ ਦਾਤ, ਮੇਰੇ ਜੀਵਨ ਵਿੱਚ ਰੱਬ ਦੇ ਨਾਮ ਦਾ ਪਿਆਰ ਬਣਿਆ ਰਹੇ। ਸੋਨਾ ਚਾਂਦੀ ਨਹੀਂ ਮੰਗਿਆ, ਕੀਮਤੀ ਪਦਾਰਥ ਨਹੀਂ ਮੰਗੇ, ਧੀਆਂ ਪੁੱਤਰ ਨਹੀਂ ਮੰਗੇ, ਵੱਡਾ ਕਾਰੋਬਾਰ ਨਹੀਂ ਮੰਗਿਆ। ਪਤਾ ਕੀ ਕਹਿੰਦੇ? ਕਹਿੰਦੇ ਜਿਹੇ ਗੁਰ ਸੰਗ ਨਾਮ ਕੋ ਰੰਗ। ਇੱਕ ਦਾਤ, ਰੱਬ ਦਾ ਨਾਮ ਦਾ ਪਿਆਰ ਮੇਰੇ ਅੰਦਰ ਬਣਿਆ ਰਹੇ। ਦੂਜੀ ਦਾਤ, ਸੱਚੇ ਪਾਤਸ਼ਾਹ ਬਹੁਤੀ ਜ਼ਿੰਦਗੀ ਲੁਟੇਰਿਆਂ ਦੀ, ਚੋਰਾਂ ਦੀ, ਠੱਗਾਂ ਦੀ, ਧਾੜਵੀਆਂ ਦੀ ਸੰਗਤ ਕਰਦਿਆਂ ਹੋਇਆਂ ਜੀਵਨ ਬਤੀਤ ਹੋਇਆ। ਹੁਣ ਕਿਰਪਾ ਕਰੀ ਦੂਜੀ ਦਾਤ, ਪਤਾ ਬੀਤੇ ਬੈਸ ਸੰਤ ਕੇ ਸੰਗ। ਹੁਣ ਜਿੰਨੀ ਕੁ ਉਮਰ ਬਚੀ ਹੈ ਨਾ, ਸੱਚੇ ਪਾਤਸ਼ਾਹ ਤੇਰੇ ਪਿਆਰਿਆਂ ਦੀ ਸੰਗਤ ਕਰਦਿਆਂ ਜੀਵਨ ਬਤੀਤ ਹੋਵੇ। ਇਹ ਤੋਂ ਬਿਨਾਂ ਕੁਝ ਨਹੀਂ ਚਾਹੀਦਾ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਸਾਧ ਜਨਾਂ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਿਧੀ ਚੰਦ ਦੇ ਅੰਦਰੋਂ ਇਹ ਦੋ ਦਾਤਾਂ ਦੀ ਮੰਗ ਸੁਣੀ ਨਾ, ਉਦਨ ਆਪਣੀ ਛਾਤੀ ਨਾਲ ਲਾ ਕੇ ਇੱਕ ਗੱਲ ਕਹੀ ਸੀ, ਦੁਨੀਆ ਦੇ ਲੋਕੋ, ਬਹਾਦਰ ਬਿਧੀ ਚੰਦ ਹੁਣ ਚੋਰ ਨਹੀਂ, ਲੁਟੇਰਾ ਨਹੀਂ, ਧਾੜਵੀ ਨਹੀਂ, ਬਲਕਿ ਬਿਧੀ ਚੰਦ ਸ਼ੀਨਾ, ਗੁਰੂ ਦਾ ਸੀਨਾ, ਸਦਾ ਗੁਰੂ ਕੇ ਜਸ ਮੈਂ ਭੀਨਾ, ਹਮਰੇ ਮਨ ਆਨੰਦ ਕੋ ਦੀਨਾ। ਇਸ ਪਿਆਰੇ ਦੀ ਮੰਗ ਨੇ ਤੇ ਸਾਡੇ ਅੰਦਰ ਵੀ ਆਨੰਦ ਪੈਦਾ ਕਰ ਦਿੱਤਾ, ਕਿਉਂਕਿ ਜਿਹੜਾ ਮੇਰਾ ਅਸਲ ਵਿੱਚ ਸਿੱਖ ਹੈ, ਉਹ ਆਪਣੇ ਦਾਤੇ ਦੇ ਕੋਲੋਂ ਨਾਮ ਦੀ ਦਾਤ ਮੰਗਦਾ ਹੈ। ਉਹ ਆਪਣੇ ਪਿਆਰੇ ਦੇ ਕੋਲੋਂ ਉਹਦੇ ਪਿਆਰਿਆਂ ਦੀ ਸੰਗਤ ਮੰਗਦਾ ਹੈ।
ਇਹੀ ਗੱਲ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ। ਸੱਚੇ ਪਾਤਸ਼ਾਹ ਹੁਣ ਤੇ ਮੈਂ ਇਹ ਗੱਲ ਕਹਿਣਾ ਵੀ ਜਦੋਂ ਤੇਰਾ ਨਾਮ ਮਿਲਦਾ ਮੈਨੂੰ ਜ਼ਿੰਦਗੀ ਮਿਲਦੀ ਹੈ। ਜੀਵਨ ਕਿਹਨੂੰ ਨਹੀਂ ਚਾਹੀਦਾ? ਅਸੀਂ ਸਾਰੇ ਜ਼ਿੰਦਗੀ ਚਾਹੁੰਦੇ ਆ ਵੀ ਲੰਮੀ ਉਮਰ ਮਿਲੇ, ਜੀਵਨ ਮਿਲੇ। ਤੇ ਰੱਬ ਦੇ ਪਿਆਰੇ ਕਹਿੰਦੇ ਤੇਰਾ ਨਾਮ ਮਿਲ ਗਿਆ, ਜੀਵਨ ਮਿਲ ਗਿਆ, ਜ਼ਿੰਦਗੀ ਮਿਲ ਗਈ ਸਾਨੂੰ। ਤਨ ਮਨ ਥੀਵੈ ਹਰਿਆ। ਹੁਣ ਤਨ ਤੇ ਮਨ ਜਿਹੜਾ ਹੈ ਨਾ, ਇਹ ਤੇ ਖੇੜੇ ਵਿੱਚ ਆ ਜਾਂਦਾ ਹੈ। ਰੱਬ ਜੀ ਜਦੋਂ ਤੇਰਾ ਨਾਮ ਮਿਲਦਾ, ਇਸ ਕਰਕੇ ਮੈਂ ਤੇ ਇਹੀ ਕਹਿਣਾ ਹਾਂ ਕਿ ਮੇਰੇ ਮਾਲਕ ਜੀ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆਂ ਉਤਰੈ, ਮਨ ਕੀ ਭੁੱਖ ਦਾਤਿਆ ਆਪਣਾ ਨਾਮ ਦੇ। ਆਪਣੇ ਨਾਮ ਦੀ ਦਾਤ ਮੇਰੀ ਝੋਲੀ ਵਿੱਚ ਪਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਪੁੱਤ ਜਿੱਥੇ ਤੂੰ ਆਪਣੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਨਾ, ਕਰਮ ਤੂੰ ਹੀ ਕਰੇਗਾ, ਪਰ ਇਹ ਤਾਕਤ ਤੇਰੇ ਮਾਲਕ ਦੀ ਹੋਵੇਗੀ। ਇਹ ਤਾਕਤ ਤੇਰੇ ਮਾਲਕ ਦੀ ਹੋਵੇਗੀ। ਦੁਨੀਆ ਤੇਰੀ ਵਡਿਆਈ ਕਰੇਗੀ, ਤੂੰ ਆਪਣੇ ਮਾਲਕ ਦੀ ਵਡਿਆਈ ਕਰੇਗਾ। ਦੁਨੀਆ ਨੂੰ ਤੂੰ ਨਜ਼ਰ ਆਵੇਂਗਾ, ਤੇਰੇ ਕੀਤੇ ਗਏ ਕੰਮ ਦੇ ਵਿੱਚੋਂ ਤੂੰ ਨਜ਼ਰ ਆਵੇਂਗਾ, ਪਰ ਤੈਨੂੰ ਆਪਣੇ ਕੰਮ ਦੇ ਵਿੱਚੋਂ ਆਪਣਾ ਮਾਲਕ ਨਜ਼ਰ ਆਵੇਗਾ। ਫਿਰ ਤੂੰ ਕਹੇਂਗਾ ਵੀ ਸੱਚੇ ਪਾਤਸ਼ਾਹ ਇਹ ਤੇਰੀ ਰਹਿਮਤ ਹੈ, ਇਹ ਤੇਰੀ ਬਖਸ਼ਿਸ਼ ਹੈ, ਇਹ ਤੇਰੀ ਕਿਰਪਾ ਹੈ, ਮੈਂ ਕੁਝ ਕਰਨ ਜੋਗਾ ਨਹੀਂ। ਫਿਰ ਤੂੰ ਅਰਦਾਸ ਕਰਕੇ ਮੰਗ ਕਰੇਂਗਾ ਕਿ ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇੱਥੇ ਸਤਿਗੁਰ